ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੋਸਟ ਵੈਲਕਮ ਟੂ ਯੋਰ ਓਨ ਚੈਨਲ ਰਾਈਟ ਓਨ। ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਇਸ ਚੈਨਲ ਦੇ ਉੱਪਰ। ਸੀਟੈਟ ਜੁਲਾਈ 2023। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਸੀਟੈਟ ਦਾ ਐਗਜ਼ਾਮ ਨੋਟੀਫਿਕੇਸ਼ਨ ਆਊਟ ਹੋ ਚੁੱਕਿਆ ਹੈ। ਜੁਲਾਈ ਦੇ ਵਿੱਚ ਇਸ ਦਾ ਐਗਜ਼ਾਮ ਹੋ ਜਾਣਾ ਹੈ ਔਰ ਮੋਸਟ ਆਫ ਦ ਸਟੂਡੈਂਟ ਜਿਹੜੇ ਵੀ ਐਗਜ਼ਾਮ ਕਰੈਕ ਕਰਨਾ ਚਾਹੁੰਦੇ ਨੇ ਉਹਨਾਂ ਨੇ ਹਮੇਸ਼ਾ ਦੀ ਤਰ੍ਹਾਂ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੋਣੀ ਹੈ ਨਾ ਜੀ। ਤਾਂ ਬਿਲਕੁਲ ਟਾਈਮ ਨਹੀਂ ਵੇਸਟ ਕਰਦੇ ਆਪਾਂ। ਤੁਹਾਨੂੰ ਥੰਬਨੇਲ ਦੇਖ ਕੇ ਹੀ ਬਹੁਤ ਕੁਝ ਪਤਾ ਲੱਗ ਰਿਹਾ ਹੋਵੇਗਾ ਕਿ ਇਸ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਪੰਜਾਬੀ ਪੈਡਾਗੋਗੀ ਬਾਰੇ, ਜਿਸ ਦੇ ਵਿੱਚ ਐਗਜ਼ਾਮ ਪੈਟਰਨ ਕੀ ਹੁੰਦਾ ਹੈ, ਸਿਲੇਬਸ ਕੀ ਹੁੰਦਾ ਹੈ, ਦੋਨੇ ਪੇਪਰਸ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਕੀ ਚੀਜ਼ਾਂ ਆਪਾਂ ਇਹਦੇ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਸੀਟੈਟ ਦੇ ਵਿੱਚ ਪੰਜਾਬੀ ਪੈਡਾਗੋਗੀ ਕੰਪਲਸਰੀ ਹੈ ਜਾਂ ਨਹੀਂ ਹੈ। ਲੈਂਗੁਏਜ 1 ਹੁੰਦੀ ਹੈ ਜਾਂ 2 ਹੁੰਦੀ ਹੈ। ਜਿਹੜੀ ਵੀ ਤੁਸੀਂ ਲੈਂਗੁਏਜ ਡਿਸਾਈਡ ਕਰਦੇ ਹੋ ਪੰਜਾਬੀ ਪੈਡਾਗੋਗੀ ਲਈ, ਤਾਂ ਉਹ ਕਿਹੜੀ ਮਤਲਬ ਲੈਂਗੁਏਜ ਦੇ ਅਕੋਰਡਿੰਗ ਤੁਹਾਨੂੰ ਕੀ ਉਹਦੇ ਵਿੱਚ ਕਿਸ ਟਾਈਪ ਦੇ ਕੁਐਸਚਨਸ ਹੋਣਗੇ, ਕਿਸ ਤਰੀਕੇ ਦਾ ਐਗਜ਼ਾਮ ਦਾ ਪੈਟਰਨ ਹੋਏਗਾ, ਕਿੰਨੇ ਮਾਰਕਸ ਦਾ ਆਏਗਾ, ਉਹ ਸਾਰਾ ਕੁਝ ਡਿਸਕਸ ਕਰਾਂਗੇ। ਸੈਕੰਡਲੀ ਆਪਾਂ ਡਿਸਕਸ ਕਰਾਂਗੇ ਸਿਲੇਬਸ ਨੂੰ ਕਿ ਕਿਹੜੇ ਟੌਪਿਕਸ ਆਪਾਂ ਇਹਦੇ ਵਿੱਚ ਕਰਨੇ ਨੇ। ਜਿਵੇਂ ਕਿ ਆਪਾਂ ਨੂੰ ਪਤਾ ਹੈ ਸੀਟੈਟ ਦੇ ਵਿੱਚ ਸਿਰਫ ਪੈਡਾਗੋਗੀ ਨਹੀਂ ਬਲਕਿ ਗ੍ਰਾਮਰ ਵੀ ਇੰਪੋਰਟੈਂਟ ਹੈ, ਤਾਂ ਉਹਦਾ ਵੀ ਸਿਲੇਬਸ ਆਪਾਂ ਇਹਦੇ ਵਿੱਚ ਡਿਸਕਸ ਕਰਾਂਗੇ। ਠੀਕ ਹੈ, ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਕਲਾਸਿਸ ਵੀ ਲੈ ਕੇ ਆਈਏ, ਬਟ ਫਿਲਹਾਲ ਇਸ ਵੀਡੀਓ ਦੇ ਵਿੱਚ ਆਪਾਂ ਜਸਟ ਪੈਟਰਨ ਨੂੰ ਤੇ ਸਿਲੇਬਸ ਨੂੰ ਦੇਖਦੇ ਹਾਂ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੈਂਦੇ ਹਾਂ ਪੇਪਰ 1। ਪੇਪਰ 1 ਤੁਹਾਨੂੰ ਸਭ ਨੂੰ ਪਤਾ ਹੈ 150 ਮਾਰਕਸ ਦਾ ਇਹ ਪੇਪਰ ਹੁੰਦਾ। ਠੀਕ ਹੈ ਜੀ। ਪੇਪਰ 1 ਕਿਹੜੇ ਸਟੂਡੈਂਟਸ ਲਈ ਹੁੰਦਾ? ਉਹਨਾਂ ਸਾਰੇ ਸਟੂਡੈਂਟਸ ਲਈ ਹੁੰਦਾ ਜਿਹੜੇ 1 to 5th ਕਲਾਸ ਤੱਕ ਟੀਚ ਕਰਨਗੇ, ਹੈ ਨਾ। ਤਾਂ ਅਗਰ ਆਪਾਂ ਗੱਲ ਕਰੀਏ 150 ਮਾਰਕਸ ਦਾ ਹੁੰਦਾ, ਇਹਦੇ ਵਿੱਚ ਆਪਾਂ 5 ਸਬਜੈਕਟਸ ਨੂੰ 5 ਸਬਜੈਕਟ ਇਹਦੇ ਵਿੱਚ ਹੁੰਦੇ ਨੇ। ਠੀਕ ਹੈ। CDP ਹੁੰਦਾ ਹੈ। ਅਗਰ ਆਪਾਂ ਗੱਲ ਕਰੀਏ ਮੈਥ ਹੁੰਦਾ ਹੈ, EVS ਹੁੰਦਾ ਹੈ, ਔਰ ਉਸ ਤੋਂ ਬਾਅਦ ਹੁੰਦੀਆਂ ਨੇ 2 ਲੈਂਗੁਏਜਸ। ਕੋਈ ਵੀ 2 ਲੈਂਗੁਏਜਸ ਆਪਾਂ ਡਿਸਾਈਡ ਕਰਨੀਆਂ ਹੁੰਦੀਆਂ ਨੇ। ਠੀਕ ਹੈ। ਹੁਣ ਅਗਰ ਮੋਸਟ ਆਫ ਦ ਸਟੂਡੈਂਟ ਕੀ ਕਰਦੇ ਨੇ, ਜੋ ਪੰਜਾਬ ਦੇ ਸਟੂਡੈਂਟ ਹੁੰਦੇ ਨੇ, ਉਹ ਸੀਟੈਟ ਦੇ ਵਿੱਚ ਆਪਣੇ ਪੇਪਰ ਨੂੰ ਈਜ਼ੀ ਬਣਾਉਣ ਦੇ ਲਈ ਪੰਜਾਬੀ ਲੈਂਗੁਏਜ ਨੂੰ ਚੂਜ਼ ਕਰਦੇ ਨੇ। ਹੁਣ ਤੁਹਾਡੇ 'ਤੇ ਹੀ ਡਿਪੈਂਡ ਕਰਦਾ ਹੈ ਕਿ ਤੁਸੀਂ ਸੀਟੈਟ ਦੇ ਵਿੱਚ ਪੰਜਾਬੀ ਲੈਂਗੁਏਜ ਚੂਜ਼ ਕਰਦੇ ਹੋ ਜਾਂ ਨਹੀਂ ਕਰਦੇ। ਮੋਸਟ ਆਫ ਦ ਸਟੂਡੈਂਟ ਇੰਗਲਿਸ਼ ਔਰ ਹਿੰਦੀ ਲੈਂਗੁਏਜ ਵੀ ਲੈ ਲੈਂਦੇ ਨੇ, ਕੋਈ ਪੰਜਾਬੀ ਔਰ ਇੰਗਲਿਸ਼ ਵੀ ਲੈ ਲੈਂਦਾ ਹੈ। ਸੋ ਦੈਟ ਇਜ਼ ਟੋਟਲੀ ਡਿਪੈਂਡ ਔਨ ਯੂ। ਸੈਕਿੰਡ, ਅਗਰ ਆਪਾਂ ਗੱਲ ਕਰੀਏ, ਹੁਣ ਤੁਸੀਂ ਪੰਜਾਬੀ ਲੈਂਗੁਏਜ ਨੂੰ ਸਿਲੈਕਟ ਤਾਂ ਕਰ ਲਿਆ, ਦੈਟ ਇਜ਼ ਵੈਰੀ ਸਿੰਪਲ ਥਿੰਗ, ਹੈ ਨਾ। ਲੈਂਗੁਏਜ ਨੂੰ ਸਿਲੈਕਟ ਕਿਵੇਂ ਕੀਤਾ? ਫਸਟ ਲੈਂਗੁਏਜ ਦੇ ਤੌਰ 'ਤੇ ਕੀਤਾ ਜਾਂ ਸੈਕਿੰਡ ਲੈਂਗੁਏਜ ਦੇ ਤੌਰ 'ਤੇ ਕੀਤਾ? ਹਾਂਜੀ, ਫਸਟ ਲੈਂਗੁਏਜ ਦੇ ਤੌਰ 'ਤੇ ਸਿਲੈਕਟ ਕੀਤਾ ਹੈ ਜਾਂ ਸੈਕਿੰਡ ਲੈਂਗੁਏਜ ਦੇ ਤੌਰ 'ਤੇ ਸਿਲੈਕਟ ਕੀਤਾ ਹੈ, ਇਹ ਵੀ ਤੁਹਾਨੂੰ ਆਪ ਹੀ ਡਿਸਾਈਡ ਕਰਨਾ ਪਏਗਾ। ਹੁਣ ਤੁਸੀਂ ਸੋਚੋਗੇ ਕਿ ਇਹਦੇ ਵਿੱਚ ਕੀ ਫ਼ਰਕ ਹੋਇਆ। ਪਹਿਲੀ ਗੱਲ ਅਤੇ ਜੇਕਰ ਤੁਸੀਂ ਪੰਜਾਬੀ ਨੂੰ ਫਸਟ ਲੈਂਗੁਏਜ ਦੇ ਤੌਰ 'ਤੇ ਸਿਲੈਕਟ ਕਰਦੇ ਹੋ ਤਾਂ ਤੁਹਾਡੇ ਐਗਜ਼ਾਮ ਦੇ ਵਿੱਚ ਕਿਸ ਤਰੀਕੇ ਦਾ ਪੈਟਰਨ ਹੋਏਗਾ। ਅਗਰ ਤੁਸੀਂ ਇਸਨੂੰ ਸੈਕਿੰਡ ਲੈਂਗੁਏਜ ਦੇ ਤੌਰ 'ਤੇ ਸਿਲੈਕਟ ਕਰਦੇ ਹੋ ਤਾਂ ਤੁਹਾਡੇ ਐਗਜ਼ਾਮ ਦਾ ਪੈਟਰਨ ਕਿਸ ਤਰੀਕੇ ਦਾ ਹੋਏਗਾ। ਕੋਈ ਖਾਸ ਫਰਕ ਨਹੀਂ ਹੈ। ਤੁਹਾਨੂੰ ਪਤਾ ਹੈ ਕਿ ਜਿਹੜੀ ਇੱਕ ਪਰਟੀਕੂਲਰ ਲੈਂਗੁਏਜ ਹੈ ਜਾਂ ਸਬਜੈਕਟ ਹੈ, ਉਹ ਆਪਣੇ ਕੋਲ 30 ਮਾਰਕਸ ਦੇ ਕੁਐਸਚਨ ਨੂੰ ਕਵਰ ਕਰਦਾ ਹੈ। 30 ਕੁਐਸਚਨ ਤੁਹਾਡੇ ਕੋਲ ਕਿਹਦੇ ਹੋਣਗੇ? ਪੰਜਾਬੀ ਦੇ ਹੋਣਗੇ। ਅਗਰ ਤੁਸੀਂ ਇਸਨੂੰ ਪਹਿਲੀ ਲੈਂਗੁਏਜ ਦੇ ਵਿੱਚ ਕੰਸੀਡਰ ਕਰਦੇ ਹੋ ਤਾਂ ਤੁਹਾਡੇ ਕੋਲੇ ਕੀ ਹੋਣਗੇ? 30 ਦੇ ਵਿੱਚੋਂ 15 ਜੋ ਕੁਐਸਚਨ ਨੇ ਉਹ ਤੁਹਾਡੇ ਕੋਲੋਂ ਇੱਕ ਪੈਰਾ ਕਵਰ ਕੀਤਾ ਜਾਏਗਾ, ਇੱਕ ਕਵਿਤਾ ਦਾ ਪੈਰਾ ਹੋਏਗਾ। ਠੀਕ ਹੈ। ਇੱਕ ਜਿਹੜਾ ਆਪਾਂ ਨੇ ਕੋਲ ਇੱਕ ਪੂਰਾ ਕਹਾਣੀ ਦੀ ਤਰ੍ਹਾਂ ਇੱਕ ਪੈਸੇਜ ਦੇ ਦਿੱਤਾ ਜਾਂਦਾ ਜਿਹਦੇ ਵਿੱਚ ਕੁਐਸਚਨ ਦੇ ਆਨਸਰ ਲੱਭਣੇ ਹੁੰਦੇ ਆ, ਅਤੇ ਇੱਕ ਪੈਰਾ ਹੁੰਦਾ ਆਪਣੇ ਕੋਲ ਕਵਿਤਾ ਦਾ, ਜਿਹਦੇ ਵਿੱਚ ਕਵਿਤਾ ਦੇ ਦਿੱਤੀ ਜਾਂਦੀ ਹੈ ਅਤੇ ਉਸਦੇ ਵਿੱਚੋਂ ਆਪਣੇ ਆਨਸਰ ਲੱਭਣੇ ਹੁੰਦੇ ਆ। ਠੀਕ ਹੈ। ਅਗਰ ਤੁਸੀਂ ਇਸਨੂੰ ਸੈਕਿੰਡ ਲੈਂਗੁਏਜ ਦੇ ਤੌਰ 'ਤੇ ਸਿਲੈਕਟ ਕਰਦੇ ਹੋ ਤਾਂ ਵੀ ਤੁਹਾਡੇ ਕੋਲ 30 ਮਾਰਕਸ ਦਾ ਹੀ ਹੋਏਗਾ, ਔਰ ਇਸ ਦੇ ਵਿੱਚ ਵੀ 15 ਕੁਐਸਚਨ ਤੁਹਾਡੇ ਕੋਲ ਪੈਸੇਜ ਦੇ ਵਿੱਚੋਂ ਹੀ ਕਵਰ ਹੋਣਗੇ। ਡਿਫਰੈਂਸ ਕੀ ਹੈ? ਡਿਫਰੈਂਸ ਇੰਨਾ ਕੁ ਹੈ ਕਿ ਇਸ ਦੇ ਵਿੱਚ ਇੱਕ ਪੈਰਾ ਤੁਹਾਡੇ ਕੋਲੇ, ਇਹਦੇ ਵਿੱਚ ਦੋਨੋਂ ਹੀ ਜਿਹੜੇ ਪੈਸੇਜ ਹੋਣਗੇ ਉਹ ਕੀ ਹੋਣਗੇ? ਪੂਰੀ ਦੀ ਪੂਰੀ ਆਪਾਂ ਕਹਿ ਸਕਦੇ ਹਾਂ ਕਿ ਕਵਿਤਾ ਨਹੀਂ ਹੋਏਗੀ। ਮਤਲਬ ਕਵਿਤਾ ਇਸ ਦੇ ਵਿੱਚ ਨਹੀਂ ਹੁੰਦੀ। ਇਸ ਦੇ ਵਿੱਚ ਦੋਨੋਂ ਹੀ ਇੱਕ ਪੂਰਾ ਦਾ ਪੂਰਾ ਪੈਸੇਜ ਦੇ ਦਿੱਤਾ ਜਾਂਦਾ ਜਿਹਦੇ ਵਿੱਚੋਂ ਆਨਸਰਸ ਆਪਾਂ ਲੱਭ ਕੇ ਲਿਖਣੇ ਹੁੰਦੇ ਨੇ, ਜਾਂ ਆਨਸਰਸ ਆਪਾਂ ਲੱਭ ਕੇ ਆਪਣੇ MCQs ਦੇ ਵਿੱਚ ਕਰੈਕਟ ਕਰਨੇ ਹੁੰਦੇ ਨੇ। ਸਮਝ ਗਏ? ਤਾਂ ਪੇਪਰ ਲੈਂਗੁਏਜ 1 ਜੇਕਰ ਤੁਸੀਂ ਲੈਂਦੇ ਹੋ ਤਾਂ ਇੱਕ ਪੋਇਮ ਦਾ ਪੈਰਾ ਮਿਲੇਗਾ, ਇੱਕ ਤੁਹਾਡੇ ਕੋਲ ਪੈਸੇਜ ਹੋਏਗਾ। ਬਟ ਲੈਂਗੁਏਜ 2 ਦੇ ਵਿੱਚ ਦੋਨੋਂ ਹੀ ਪੈਸੇਜ ਹੋਣਗੇ। ਬਸ ਇੰਨਾ ਕੁ ਫਰਕ ਹੈ। ਬਾਕੀ ਦੇ ਜਿਹੜੇ 15 ਕੁਐਸਚਨਸ ਨੇ ਉਹ ਕਿਵੇਂ ਕਵਰ ਕੀਤੇ ਜਾਂਦੇ ਨੇ? ਬਾਕੀ ਦੇ 15 ਕੁਐਸਚਨ ਕਵਰ ਕੀਤੇ ਜਾਂਦੇ ਨੇ ਤੁਹਾਡੀ ਗ੍ਰਾਮਰ ਪਲੱਸ ਪੈਡਾਗੋਗੀ ਤੋਂ। ਠੀਕ ਹੈ। ਉੱਥੋਂ ਤੁਹਾਡੇ ਕੋਲ ਕੀ ਹੋ ਜਾਂਦੇ ਨੇ? ਬਾਕੀ ਦੇ 15 ਕੁਐਸਚਨਸ ਆਰਾਮ ਨਾਲ ਤੁਸੀਂ ਉਹਨਾਂ ਦੇ ਥਰੂ ਆਪਣੇ ਆਨਸਰਸ ਦੇ ਸਕਦੇ ਹੋ। ਪੇਪਰ 1 ਪੇਪਰ 2 ਦੇ ਵਿੱਚ ਵੀ ਸੇਮ ਹੀ ਇਹੀ ਚੀਜ਼ ਰਹਿਣ ਵਾਲੀ ਹੈ। ਕੋਈ ਵੀ ਇਹਦੇ ਵਿੱਚ ਫਰਕ ਨਹੀਂ ਹੈਗਾ। ਪੇਪਰ 2 ਦੇ ਵਿੱਚ ਵੀ ਇੱਥੇ ਤੁਸੀਂ 1 and 2 ਦੋਨੋਂ ਹੀ ਲਿਖ ਸਕਦੇ ਹੋ। ਹਾਂਜੀ, ਇੱਥੇ ਤੁਸੀਂ 1 and 2 ਦੋਨੋਂ ਹੀ ਲਿਖ ਸਕਦੇ ਹੋ ਕਿਉਂਕਿ ਪੇਪਰ 2 ਦਾ ਵੀ ਸੇਮ ਹੀ ਪੈਟਰਨ ਰਹਿਣ ਵਾਲਾ ਹੈ। ਅਗਰ ਤੁਸੀਂ ਉਸ ਦੇ ਵਿੱਚ ਲੈਂਗੁਏਜ 1 ਲੈਂਦੇ ਹੋ ਤਾਂ ਵੀ ਤੁਹਾਡੇ ਕੋਲ ਇਸੇ ਤਰੀਕੇ ਨਾਲ ਇੱਕ ਪੋਇਮ ਇੱਕ ਪੈਸੇਜ ਆਏਗਾ, ਔਰ ਅਗਰ ਤੁਸੀਂ ਲੈਂਗੁਏਜ 2 ਲੈਂਦੇ ਹੋ, ਪੰਜਾਬੀ ਨੂੰ ਲੈਂਗੁਏਜ 2 ਦੇ ਅਕੋਰਡਿੰਗ ਕੰਸੀਡਰ ਕਰਦੇ ਹੋ, ਤਾਂ ਤੁਹਾਡੇ ਕੋਲ ਇੱਕ
दोनों ही पैसेज किदे होणगे, मतलब दोनों ही पैसेज होणगे, पोइम कोई भी नहीं होएगी, ठीक है। बट स्टिल एक बारी आपां डिस्कस कर लैंदे आ एग्जाम पेपर 2 ਦੇ ਵਿੱਚ ਕੀ ਹੁੰਦਾ ਹੈ। पेपर 2 ਦੇ ਵਿੱਚ 2 टाइप ਦੇ स्टूडेंट्स ਹੁੰਦੇ ਨੇ। ਕਿਹੜੇ 2 टाइप ਦੇ स्टूडेंट्स ਹੁੰਦੇ ਨੇ? ਇੱਕ स्टूडेंट ਹੁੰਦੇ ਨੇ ਜਿਨ੍ਹਾਂ ਨੇ ਕੀ ਕਰਨਾ ਹੁੰਦਾ ਜੀ, ਆਪਣਾ ਮੇਨ ਸਬਜੈਕਟ ਰੱਖਣਾ ਹੁੰਦਾ SST, ਔਰ ਇੱਕ स्टूडेंट ਹੁੰਦੇ ਨੇ ਜਿਨ੍ਹਾਂ ਦਾ ਮੇਨ ਸਬਜੈਕਟ ਕੀ ਹੁੰਦਾ ਮੈਥ ਐਂਡ ਸਾਇੰਸ। ਤਾਂ ਬਸ ਇਸ ਦੇ ਐਗਜ਼ਾਮ ਪੈਟਰਨ ਦੇ ਵਿੱਚ ਇਹ ਥੋੜ੍ਹਾ ਜਿਹਾ ਡਿਫਰੈਂਸ ਆ ਜਾਂਦਾ। ਕਿਵੇਂ? ਆਪਣੇ ਕੋਲ ਦੇਖੋ ਇਹ ਵਾਲਾ ਐਗਜ਼ਾਮ ਵੀ 150 ਦਾ ਹੀ ਹੋਏਗਾ, ਠੀਕ ਹੈ ਜੀ। ਇਹ ਵਾਲਾ ਐਗਜ਼ਾਮ ਵੀ 150 ਦਾ ਹੀ ਹੋਏਗਾ। ਜਿਹੜੇ ਸਟੂਡੈਂਟ ਮੈਥ ਸਾਇੰਸ ਦੇ ਨੇ ਉਹਨਾਂ ਦੇ ਲਈ ਕਿਹੜੇ ਸਬਜੈਕਟਸ ਹੋਣਗੇ? CDP ਹੋਏਗੀ, ਠੀਕ ਹੈ ਜੀ, ਮੈਥ ਹੋਏਗਾ, ਸਾਇੰਸ ਹੋਏਗੀ, लैंग्वेज 1 होएगी, सॉरी फॉर दिस, लैंग्वेज 2 होएगी, ठीक है। ये 5 सब्जेक्ट्स होंगे और हर एक सब्जेक्ट जो है वो 30 मार्क्स का होएगा। हर एक सब्जेक्ट दे विच तुहानूं किन्ने क्वेश्चन देखने को मिलणगे? 30 क्वेश्चन देखने को मिलणगे और टोटल 150 हो गए, तो नंबर भी 1 क्वेश्चन का 1 के अकॉर्डिंग ही होएगा, ठीक है। इस तो इलावा अगर गल करिए लैंग्वेज 1, वही रिपीट इन्ना रिपीट करने की लोड़ नहीं है, समझ गए हो तुसीं, समझदार हो। लैंग्वेज 1 के अकॉर्डिंग पंजाबी नूं लैंदे हो जां लैंग्वेज 2 के अकॉर्डिंग लैंदे हो, जां लैंग्वेज पंजाबी लैंदे ही नहीं, और टोटली तुहाडी अपनी पर्सनल चॉइस है, उस दे अकॉर्डिंग तुसीं कर सकते हो। SST दे विच की हुंदा है, किहड़े सब्जेक्ट हुंदे ने? एक CDP हुंदा है, एक मैथ कहेगी सॉरी, लैंग्वेज 1 होएगी, ठीक है जी, लैंग्वेज 2 होएगी और होएगी SST, जिस दे विच तुसीं देखोगे 30 मार्क्स की तुहाडी CDP है, 30 मार्क्स की तुहाडी फर्स्ट लैंग्वेज होएगी, 30 मार्क्स की सैकेंड लैंग्वेज होएगी और 60 मार्क्स की इत्थे तुहाडी SST, मतलब SST इत्थे 60 मार्क्स नूं कवर करदी है, 60 क्वेश्चनस नूं एक सब्जेक्ट कवर करता है, ठीक है जी। इन्ना फर्क है। पंजाबी किवें करनी है, किवें नहीं करनी, हो तुसीं आप समझदार हो। एक छोटी जी एडवाइस दूँगी जे वो वाले बच्चों लिए है जिन्हां नूं इंग्लिश डिफिकल्ट लगती है। अगर तुसीं पंजाब दे स्टूडेंट हो, तुहानूं इंग्लिश डिफिकल्ट लगती है, दैन आई विल गिव यू अ लिटल आपां कह सकते हैं एडवाइस, है ना, कि तुसीं की करो, इसनूं हमेशा सैकेंड लैंग्वेज लो। इहदा रीज़न की है कि अगर तुसीं इसनूं सैकेंड लैंग्वेज लैंदे हो और पंजाबी नूं तुसीं फर्स्ट लैंग्वेज लैंदे हो, देखो पंजाबी तो अपनी मात भाशा है, पंजाबी के अकॉर्डिंग आप कविता भी आराम नाल सोल्व कर सकते हैं। पंजाबी दे विच कविता दे विचों आंसर लभ के लिखना इन्ना कोई मुश्किल नहीं है। बट इंग्लिश दा पोइट्री वाला पैसेज नूं सॉल्व करना थोड़ा जिहा किते डिफिकल्टी आपां नूं दे जांदा है। अगर तुहाडे इंग्लिश दे विच तुहानूं लगदा है कि हाँ जी ज़्यादा स्ट्रोंग पॉइंट नहीं है, तां अगर तुहानूं लगदा है कि मैं इहदे विच ज़्यादा वधिया परफॉर्म कर सकदा, दैन ओह अपनी अपनी पर्सनल चॉइस है, ठीक है। वो जिवें तुहानूं कंफर्टेबल लगदा उवें करो। चलो हुण अगे वधदे हां, अगे डिस्कस करदे हां सिलेबस बारे। हुण अगर आपां गल करिए दैन सिलेबस ਤੁਹਾਡੇ ਸਾਹਮਣੇ ਆ ਗਿਆ ਜੀ ਸਿਲੇਬਸ ਦੇ ਵਿੱਚ ਕੀ ਹੈ? ਯੂ ਕੈਨ ਸੀ ਦੈਟ ਕਿ ਸਿਲੇਬਸ ਦੇ ਵਿੱਚ ਇੱਥੇ ਮੈਨੇ 2 ਚੀਜ਼ਾਂ ਲਿਖੀਆਂ ਹੋਈਆਂ, ਇੱਕ ਲਿਖਿਆ ਹੋਇਆ ਪੰਜਾਬੀ ਪੈਡਾਗੋਗੀ ਔਰ ਇੱਕ ਲਿਖਿਆ ਹੋਇਆ ਪੰਜਾਬੀ ਗ੍ਰਾਮਰ, ਕਿਉਂਕਿ ਜਿਹੜੇ ਬਾਕੀ ਦੇ 15 ਕੁਐਸਚਨ ਰਹਿ ਗਏ ਨਾ, ਦੇਖੋ ਜਿਹੜੇ ਪਹਿਲੇ 15 ਨੰਬਰ ਨੇ, ਪਹਿਲੇ 15 ਕੁਐਸਚਨ ਨੇ, ਉਹ ਤਾਂ ਤੁਹਾਡੀ ਪ੍ਰੈਕਟਿਸ ਦੇ ਉੱਪਰ ਹੈ। ਇੱਕ ਆਪਾਂ ਗਰੁੱਪ ਬਣਾ ਲਾਂਗੇ, ਜੇਕਰ ਤੁਸੀਂ ਜੁੜੋਗੇ ਮੇਰੇ ਨਾਲ ਤਾਂ ਆਪਾਂ ਇੱਕ ਗਰੁੱਪ ਬਣਾ ਲਾਂਗੇ ਜਿਹਦੇ ਵਿੱਚ ਪੈਸੇਜ ਵਗੈਰਾ ਮੈਂ ਐਡ ਕਰ ਦਿਆ ਕਰੂੰਗੀ, ਠੀਕ ਹੈ। ਬਟ ਬਾਕੀ ਦੇ ਜਿਹੜੇ 15 ਕੁਐਸਚਨ ਨੇ ਉਹ ਤੁਹਾਨੂੰ ਇੱਥੋਂ ਮਿਲਣਗੇ। CTET ਦੇ ਵਿੱਚ ਜ਼ਿਆਦਾ ਕਵਰ ਹੁੰਦੀ ਹੈ ਪੈਡਾਗੋਗੀ, ਬਟ ਸਟਿਲ ग्रामर भी आप छड्डनी नहीं है, ਉਹਦੇ ਵਿੱਚੋਂ भी क्वेश्चंस बनते हैं, ठीक है। सो दोनों ही चीज़ों ਦੇ ਵਿੱਚੋਂ 15 क्वेश्चंस कवर होंगे फॉर पेपर 1 एंड पेपर 2 बोथ। ਹੁਣ ਪੈਡਾਗੋਗੀ ਦੇ ਵਿੱਚ ਕਿਹੜੇ टॉपिक्स आते हैं ਉਹ वैसे तो जेकर तुसीं मेरी वीडियो देखी हुई है, मेरी फस्ट वीडियो 2 साल पहला मैंने पाई सी पंजाबी के सिलेबस की, तो आई थिंक सो ईजीली तुहानूं उत्थों सारे टॉपिक्स मिल जाएंगे। बट स्टिल आप इत्थे एक बारी डिटेल दे विच डिस्कस जरूर करांगे भी किहड़े टॉपिक्स ने वो आपां करने ने, ठीक है जी। पंजाबी पैडागोगी के जो भी टॉपिक्स होंगे वो पेपर 1 तो पेपर 2 दोनों लिए सेम होंगे। दोबारा दस रही हाँ, पेपर 1 पेपर 2 दोनों लिए सिलेबस सेम रहने वाला है, ठीक है। तो बिना टाइम वेस्ट किए आप टॉपिक्स लिखने शुरू करिए। सब तो पहला तो कवर करनी चाहिए है जी तुहानूं भाषा, क्योंकि आप किहदे बारे गल कर रहे हैं, लैंग्वेज बारे गल कर रहे हैं, तो लैंग्वेज बारे आपां नूं इन्फॉर्मेशन होनी चाहिए है। सब तो पहला टॉपिक तुहाडा रहने वाला है भाषा, और इस टॉपिक दे विच तुसीं डिटेल दे विच लैंग्वेज मात भाषा किहड़ी हुंदी है ना, सैकेंड लैंग्वेज किहड़ी, वो सारा कुछ इस दे विच तुसीं सिखदे हो। तो डिटेल दे विच ये टॉपिक करो। नैक्सट अगर हम आप गल करिए सैकेंड जो टॉपिक है वो होएगा अपने कोले भाषा अध्यापन, क्योंकि देखो सिलेबस सेम है, सिलेबस दे विच कोई चेंज नहीं आया है। सो टॉपिक अपने कोल उही रहणगे, ठीक है जी। थर्ड अगर आप गल करिए भाषा दे कौशल, भाषा दे सॉरी कौशल, वेट आई होप सो दिस ओके नाउ। हाँ जी थोड़ी जी दिक्कत आती है
क्योंकि मैं टैब ਤੇ ਬਣਾ ਰਹੀ ਹਾਂ ਨਾ इसलिए। चलो, तो उस तो बाद आ जाता अपने को मुलांकन जिसनों आप इंग्लिश के इवैल्यूएशन भी बोलते हैं। जेकर तुसीं नाल CDP कर रहे हो तो आई थिंक सो ये चीज़ां तुहानूं किते ना किते नॉलेजेबल भी होणगियां। पर आपां नूं दिक्कत कित्थे आ जाती है, आपां नूं दिक्कत उत्थे आ जाती है जिथे आपां नूं नहीं पता हुंदा है ना कि किहड़ी चीज़ नूं प्योर पंजाबी लैंगुएज दे विच की कहा जाता है। भाषा नूं टीच किवें करना है, भाषा के कौशल का मतलब की हो गया। इत्थे भाषा के कौशल उन्हां दी ही गल कीती जा रही है। लिसनिंग स्किल जिन्हों आप इंग्लिश दे विच बोलते हैं कि स्पीकिंग स्किल हुंदी है, लिसनिंग स्किल हुंदी है ना, रीडिंग हुंदी है, राइटिंग हुंदी है। उन्हां सारे कौशलों नूं आपां पढ़ांगे। मुलांकन का मतलब हुंदा इवैल्यूएशन, ठीक है, जो कि तुसीं CDP दे विच पढ़िया भी होएगा। उस तो बाद अगर आपां गल करिए 5th जो टॉपिक रहने वाला तुहाडा दैट इज़ तकशीशी सिक्ख्या। सिक्स्थ टॉपिक तुसीं इत्थे करोगे निदानात्मक सिक्ख्या। ठीक है जी। नैक्सट अगर आप गल करिए डायग्नोस्टिक है ना, जिसनों बोलते हैं वो इसके कवर अप होंदा है। बट स्टिल सारे टॉपिक्स थानू किते ना किते मिल भी जाएंगे। बट मैं पूरी कोशिश करूँगी कि आप स्टार्ट भी करिए ताकि थोड़ी दोबारा एक नवे तरीके नाल जो है वो स्टार्टिंग हो सके। ठीक है। व्याकरण की भूमिका इस दे विच अपनी देखो कोई भी लैंगुएज है उस दे विच ग्रामर की किन्नी ज़्यादा इंपोर्टेंस है ये आई डोंट थिंक सो कि किसी को भी एक्सप्लेन करने की जरूरत है। सबनों पता है कि कोई भी भाषा बिना ग्रामर तो होंदी नहीं है ना, यूजलैस होंदी है। सो व्याकरण की भूमिका बहुत ज़्यादा इंपोर्टेंट है जी, बहुत ज़्यादा वधिया तरीके नाल इसनूं करन दी लोड़ है। सारे पैडागोगी दे ही टॉपिक ने। हुण उस तो बाद आ जाता आप कह दिंदे आ कि टीचिंग एड्स किहड़ियां जरूरी ने। टीचिंग एड्स नूं अगर आप प्योर पंजाबी दे विच कवांगे तो अपने कोल की आ जाएगा अध्यापन सिखण समग्री। बहुत दिक्कत आ रही है, रुको। हाँ जी, एक मिनट इसनूं सही करने की कोशिश करिए। थोड़ा जा हो गया, हौली थोड़ी जी सैटिंग आएगी इसकी। आई विल ट्राई। अध्यापन हाँ जी, यह अपना 8th टॉपिक दैट इज़ अध्यापन सिखण सामग्री। ठीक है, मतलब की हो गया, मतलब क्लीयर ही है कि जो टीचिंग एड्स वधिया होंदियां इफैक्टिव होंदियां किहड़ी यूज़ करनियां चाहिए वो सारा कुछ। ठीक है जी। नैक्सट टॉपिक अपना होएगा भाषा नूं जदों आपां सिखाने तां जां सिखदे हां, ठीक है, तो उस टाइम तो बहुत सारिया आपां नूं प्रॉब्लम्स फेस करनियां पैंदियां ने। उन्हां प्रॉब्लम्स नूं डिस्कस करांगे। भाषा सिक्ख्या दियां चुनौतियां। ठीक है जी, किहड़ियां प्रॉब्लम्स आपां नूं फेस करनियां पैंदियां ने वो सारियां प्रॉब्लम्स इस दे विच होणगियां। चलो नैक्सट अगर आप गल करिए उस तो बाद जो टॉपिक आ जाता है दैट इज़ द वेरी इंपोर्टेंट टॉपिक और बहुत ज़्यादा इंपोर्टेंट टॉपिक इसलिए क्योंकि ये क्वेश्चंस कवर होंगे ने। दैट इज़ साहित्य। किसी भी लैंग्वेज का इंपोर्टेंट पार्ट होंदा है ये। ठीक है जी। उस तो बाद आ जाता है वार्तक। ट्वेल्थ अगर आप गल करांगे 12th आप डिस्कस करांगे व्याकरण सिक्ख्या के बारे। ठीक है जी। 12th जो टॉपिक अपना रहने वाला है दैट इज़ व्याकरण सिक्ख्या। हाँ जी, इत्थे लिख रही हाँ मैं, नहीं है स्पेस अगे। व्याकरण सिक्ख्या क्योंकि ग्रामर है तो ओबवियसली दिस इज़ इंपोर्टेंट थिंग। 13 अगर आप गल करिए कविता सिक्ख्या क्योंकि लैंग्वेज के विच ओबवियसली कविता भी इंपोर्टेंट रोल निभाती है। बहुत छोटे टॉपिक है, एवं नहीं है कि बहुत ज़्यादा वाइड जा सिलेबस है, बहुत छोटे जो टॉपिक हैं। अगर आप चाहिए तो आराम नाल 2 दिन के एक टॉपिक को कवर करके अपना सारा सिलेबस जो है वधिया तरीके नाल कंप्लीट कर सकते हैं। क्योंकि इन्हां दे विच मेन आपां नूं बस समझना चाहिए एग्जाम के विच जो क्वेश्चन आएंगे जेकर आपां नूं टॉपिक की समझ होगी तो आपां आराम नाल टॉपिक को कवर कर सकते हैं, रट्टे नहीं मारने आपां। ठीक है, इस चीज़ का ध्यान रखना है। रचना सिक्ख्या, रट्टे अगर आप मारांगे तो गड़बड़ हो जाती है। ठीक है जी। नैक्सट अगर आप गल करांगे जो निबंध होंदे ने, हुण कविता कीती है तो निबंध करना भी तो जरूरी है। निबंध सिक्ख्या, मेरे जो स्क्रीन की प्रॉब्लम है प्लीज़ इसनूं थोड़ा जिहा इग्नोर करियो।
ਇੱਕ ਦਿਨ ਦੇ ਲਈ। ਹਾਂਜੀ, ਉਹ ਵਾਰ-ਵਾਰ ਸਕਰੀਨ ਥੋੜ੍ਹਾ ਜਿਹਾ ਜ਼ਿਆਦਾ ਡਿਸਟਰਬ ਕਰ ਰਹੀ ਸੀ, ਇਸ ਲਈ ਮੈਂ ਪਹਿਲਾਂ ਹੀ ਸਾਰੇ ਨਾਮ ਲਿਖ ਕੇ ਰੱਖ ਲਏ। ਸੋ 15 'ਤੇ ਸੀ ਆਪਾਂ ਨਿਬੰਧ। ਦੇਖੋ ਕਿਹੜੇ ਟੌਪਿਕਸ ਆਪਣੇ ਹੈਗੇ ਆ, ਕਵਿਤਾ ਸਿੱਖਿਆ, ਰਚਨਾ ਸਿੱਖਿਆ, ਨਿਬੰਧ ਸਿੱਖਿਆ। ਇਹ ਸਾਰੇ ਜ਼ਰੂਰੀ ਨੇ ਕਿਉਂਕਿ ਆਪਾਂ ਲੈਂਗੁਏਜ ਸਿੱਖ ਰਹੇ ਹਾਂ। ਲੈਂਗੁਏਜ ਦੇ ਵਿੱਚ ਕਵਿਤਾ ਵੀ ਹੁੰਦੀ ਹੈ, ਰਚਨਾ ਵੀ ਹੁੰਦੀ ਹੈ, ਨਿਬੰਧ ਵੀ ਹੁੰਦੇ ਨੇ, ਵਿਆਕਰਨ ਵੀ ਹੁੰਦੀ ਹੈ, ਤਾਂ ਉਹਨਾਂ ਸਾਰਿਆਂ ਬਾਰੇ ਜਾਣਨਾ ਜ਼ਰੂਰੀ ਹੈ। ਇਸ ਤੋਂ ਬਾਅਦ ਹੈਗਾ ਸੀ ਸੁਖਮ ਪਾਠ ਯੋਜਨਾ, ਸੁਖਮ ਅਧਿਆਪਨ, ਠੀਕ ਹੈ, ਇਹ ਟੌਪਿਕ ਹੋ ਗਿਆ। ਇਸ ਤੋਂ ਨੈਕਸਟ ਟੌਪਿਕ ਹੋ ਗਿਆ ਜੀ ਵਿਆਪਕ ਪਾਠ ਯੋਜਨਾ। ਉਸ ਤੋਂ ਬਾਅਦ ਆਪਣਾ ਪਾਠਕ੍ਰਮ ਕਿੱਦਾਂ ਦਾ ਹੋਣਾ ਚਾਹੀਦਾ ਹੈ, ਠੀਕ ਹੈ ਜੀ। ਰਸ ਅਤੇ ਅਲੰਕਾਰ, ਰਸ ਅਤੇ ਅਲੰਕਾਰ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਪੀਐਸ ਸੈਟ ਵਾਸਤੇ, ਪੀਐਸ ਸੈਟ ਐਗਜ਼ਾਮ ਵਾਸਤੇ, ਪੰਜਾਬ ਸਟੇਟ ਦੇ ਐਗਜ਼ਾਮ ਵਾਸਤੇ। ਸੀਟੈਟ ਦੇ ਵਿੱਚ ਇਹਨਾਂ ਡੀਪਲੀ ਕੁਐਸਚਨ ਘੱਟ ਵੱਧ ਪੁੱਛਦੇ ਆ, ਬਟ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਹੋ, ਠੀਕ ਹੈ। ਆਈ ਵਿਲ ਗਿਵ ਐਡਵਾਈਸ ਕਿ ਸਕਿਪ ਨਾ ਕਰਿਓ, ਚਲੋ ਇੱਕ ਵਾਰੀ ਗੋ ਥਰੂ ਹੋ ਲਿਓ, ਕਈ ਵਾਰ ਨਹੀਂ ਵੀ ਪਤਾ ਲੱਗਦਾ, ਬਟ ਇਹਨਾਂ ਡੀਪ ਕੁਐਸਚਨ ਮੋਸਟਲੀ ਪੀਐਸ ਸੈਟ ਦੇ ਵਿੱਚ ਹੀ ਆਉਂਦਾ, ਸੀਟੈਟ ਦੇ ਵਿੱਚ ਨਹੀਂ ਆਉਂਦਾ। 21 ਦੇ ਵਿੱਚ ਅਗਰ ਆਪਾਂ ਗੱਲ ਕਰੀਏ ਪਾਠ ਪੁਸਤਕ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ ਆਪਣੀ, ਇਹ ਹੈਗੇ ਆਪਣੇ ਪੈਡਾਗੋਗੀ ਦੇ ਟੌਪਿਕਸ ਜਿਹੜੇ ਆਪਣੀ ਪੈਡਾਗੋਗੀ ਦੇ ਵਿੱਚ ਕਵਰ ਹੋਣੇ ਚਾਹੀਦੇ ਨੇ। ਇਹ ਸਿਲੇਬਸ ਹੋ ਜਾਂਦਾ ਹੈ, ਇੱਕ ਡਿਟੇਲਡ ਸਿਲੇਬਸ ਹੋ ਜਾਂਦਾ ਹੈ। ਅਗਰ ਤੁਸੀਂ ਦੇਖਦੇ ਹੋ ਤਾਂ ਉੱਪਰੋਂ ਸਿੱਖਣਾ ਆ ਜਾਊਗਾ, ਹੈ ਨਾ, ਅਤੇ ਭਾਸ਼ਾ ਆ ਜਾਊਗੀ, ਇਵੈਲੂਏਸ਼ਨ ਆ ਜਾਊਗਾ, ਬਟ ਅਗਰ ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ ਤਾਂ ਇਹ ਸਾਰੇ ਟੌਪਿਕਸ ਆ ਜਾਂਦੇ ਆ ਈਜ਼ੀਲੀ, ਠੀਕ ਹੈ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਮੈਂ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਸਿਰਫ ਇਹਦੇ ਨਾਲ ਨਹੀਂ ਸਰਨਾ, ਸਿਰਫ ਪੈਡਾਗੋਗੀ ਨਾਲ ਨਹੀਂ ਸਰਨਾ, ਗ੍ਰਾਮਰ ਕਰਨੀ ਵੀ ਜ਼ਰੂਰੀ ਹੁੰਦੀ ਹੈ। ਗ੍ਰਾਮਰ ਦੇ ਵਿੱਚ ਉਹ ਵੀ ਕੁਐਸਚਨ ਆਉਂਦੇ ਆ, ਔਰ ਸੀਟੈਟ ਦੇ ਵਿੱਚ ਪੰਜਾਬੀ ਲੈਂਗੁਏਜ ਦੇ ਵਿੱਚ ਈਜ਼ੀ ਕੁਐਸਚਨ ਆਉਂਦੇ ਆ, ਡਿਫੀਕਲਟ ਨਹੀਂ ਆਉਂਦੇ ਹੈਗੇ, ਠੀਕ ਹੈ। ਤਾਂ ਹੁਣ ਜੇਕਰ ਆਪਾਂ ਗੱਲ ਕਰੀਏ ਗ੍ਰਾਮਰ ਦੇ ਵਿੱਚ ਕੀ ਕੁਛ ਆ ਜਾਂਦਾ ਹੈ, ਤਾਂ ਗ੍ਰਾਮਰ ਦੇ ਵਿੱਚ ਤਾਂ ਜੀ ਸਾਰਾ ਕੁਛ ਹੀ ਆਏਗਾ, ਸਾਰੀ ਆਲ ਓਵਰ ਗ੍ਰਾਮਰ ਜਿੰਨੀ ਵੀ ਹੁੰਦੀ ਹੈ ਉਹ ਸਾਰੀ ਇਸ ਦੇ ਵਿੱਚ ਆ ਜਾਂਦੀ ਹੈ ਆਰਾਮ ਨਾਲ, ਠੀਕ ਹੈ। ਕਿਹੜੇ ਟੌਪਿਕ ਆ ਜਾਂਦੇ ਆ, ਜਿਵੇਂ ਕਿ ਅਗਰ ਆਪਾਂ ਗੱਲ ਕਰੀਏ ਫਸਟ ਟੌਪਿਕ, ਹੁਣ ਇਹਦੇ ਵਿੱਚ ਤਾਂ ਦੱਸਣਾ ਹੀ ਮਤਲਬ ਈਜ਼ੀ ਹੈ ਕਿਉਂਕਿ ਤੁਹਾਨੂੰ ਆਲਰੇਡੀ ਤੁਸੀਂ ਬਚਪਨ ਤੋਂ ਗ੍ਰਾਮਰ ਪੜ੍ਹਦੇ ਆਏ ਹੋ, ਹੈ ਨਾ। ਤਾਂ ਨਾਂਵ ਹੋ ਗਿਆ, ਪੜਨਾਂਵ ਹੋ ਗਿਆ, ਲਿੰਗ ਹੋ ਗਿਆ, ਵਿਸ਼ੇਸ਼ਣ ਹੋ ਗਿਆ, ਕਿਰਿਆ ਵਿਸ਼ੇਸ਼ਣ ਹੋ ਗਿਆ, ਉਹ ਸਾਰਾ ਕੁਝ ਇਸ ਦੇ ਵਿੱਚ ਕਵਰ ਹੋਏਗਾ, ਠੀਕ ਹੈ ਜੀ। ਇੱਕ ਮਿੰਟ, ਹਾਂਜੀ, ਗ੍ਰਾਮਰ ਦੇ ਵਿੱਚ ਇਹ ਸਾਰੇ ਟੌਪਿਕਸ ਆਪਾਂ ਕਵਰ ਕਰਨੇ ਆ ਜੋ ਕਿ ਬੇਸਿਕ ਹੈ। ਬਚਪਨ ਦੇ ਵਿੱਚ 6ਵੀਂ ਕਲਾਸ ਤੋਂ ਹੀ ਆਪਾਂ ਸ਼ੁਰੂ ਹੋ ਜਾਂਦੇ ਸੀ। ਨਾਂਵ ਹੋ ਗਿਆ, ਪੜਨਾਂਵ ਹੋ ਗਿਆ, ਲਿੰਗ, ਵਚਨ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਯੋਜਕ, ਸੰਬੰਧਕ, ਕਾਰਕ ਅਤੇ ਵਿਸਮਿਕ, ਇਹ ਸਾਰੀ ਚੀਜ਼ਾਂ ਆਪਾਂ ਨੇ ਗ੍ਰਾਮਰ ਦੇ ਵਿੱਚ ਕਵਰ ਕਰਨੀਆਂ ਨੇ। ਸਿਰਫ ਇਹੀ ਨਹੀਂ ਬਲਕਿ ਹੋਰ ਜਿਵੇਂ ਕੁਝ ਟੌਪਿਕਸ ਆ ਜਾਂਦੇ ਨੇ, ਐਕਸਟਰਨਲ ਟੌਪਿਕ ਆ ਜਾਂਦੇ ਨੇ ਜਿਹਦੇ ਵਿੱਚ ਕੁਐਸਚਨ ਬਣ ਜਾਂਦਾ, ਜਿਵੇਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਹੋ ਗਿਆ, ਸਮਾਨਾਰਥਕ ਸ਼ਬਦ ਹੋ ਗਿਆ, ਅਗੇਤਰ ਪਿਛੇਤਰ ਦੇ ਵਿੱਚੋਂ ਕੁਐਸਚਨ ਪਏ ਹੁੰਦੇ ਆ, ਮੁਹਾਵਰੇ ਕਈ ਵਾਰੀ ਤੁਹਾਨੂੰ ਪੁੱਛ ਲੈਂਦੇ ਆ ਵੀ ਇਸ ਦਾ ਮਤਲਬ ਦੱਸੋ ਕੀ ਹੋਏਗਾ, ਅਖਾਣ ਪੁੱਛ ਲੈਂਦੇ ਆ, ਹੈ ਨਾ, ਸ਼ਬਦ ਸ਼ੁੱਧ ਕਰਕੇ ਲਿਖਣੇ ਉਹ ਪੁੱਛ ਲੈਂਦੇ ਆ। ਇਹ ਸਾਰੇ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਇਹਨਾਂ ਨੂੰ ਵੀ ਇੱਕ ਵਾਰੀ ਤੁਸੀਂ ਅਗਰ ਚਾਹੋ ਤਾਂ ਨੋਟ ਕਰ ਸਕਦੇ ਹੋ ਕਿਉਂਕਿ ਇਹ ਚੀਜ਼ਾਂ ਨੇ ਜਿਹੜੀਆਂ ਬੇਸਿਕ ਦੇ ਵਿੱਚ ਹੀ ਆਉਂਦੀਆਂ ਨੇ। ਸਮਾਨਾਰਥਕ ਸ਼ਬਦ, ਜਿਵੇਂ ਤੁਹਾਨੂੰ ਕੋਈ ਇੱਕ ਕੁਐਸਚਨ ਆ ਸਕਦਾ ਹੈ ਸਮਾਨਾਰਥਕ ਸ਼ਬਦ ਦੇ ਵਿੱਚੋਂ, ਠੀਕ ਹੈ, ਇੱਦਾਂ ਦੇ ਕੁਐਸਚਨ ਬਣੇ ਹੋਏ ਦੇਖੇ ਆ ਮੈਂ, ਸੋ ਆਉਂਦੇ ਆ ਸਮਾਨਾਰਥਕ। ਜਨਰਲੀ ਇਹਨਾਂ ਟੌਪਿਕਸ ਦੇ ਵਿੱਚੋਂ ਵੀ ਕੁਐਸਚਨਸ ਬਣੇ ਹੁੰਦੇ ਨੇ ਔਰ ਕਾਫੀ ਈਜ਼ੀ ਬਣੇ ਹੁੰਦੇ ਨੇ, ਜਿਵੇਂ ਕਿ ਸਮਾਨਾਰਥਕ ਸ਼ਬਦ ਹੋ ਗਿਆ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ, ਠੀਕ ਹੈ। ਵਿਰੋਧਾਰਥਕ ਸ਼ਬਦ ਮਤਲਬ ਆਪੋਜ਼ਿਟ ਵਰਡਸ, ਆਪੋਜ਼ਿਟ ਸ਼ਬਦ ਆਪਾਂ ਕਹਿ ਸਕਦੇ ਹਾਂ। ਅਗੇਤਰ ਪਿਛੇਤਰ ਹੋ ਗਏ, ਠੀਕ ਹੈ। ਮੁਹਾਵਰੇ, ਅਖਾਣ, ਇੱਕ ਮੁਹਾਵਰਾ ਦੇ ਕੇ ਤੁਹਾਨੂੰ ਪੁੱਛਿਆ ਜਾਂਦਾ ਕਿ ਇਸ ਦਾ ਮਤਲਬ ਕੀ ਹੈ, ਜਾਂ ਅਖਾਣ ਦੇ ਦਿੰਦੇ ਨੇ, ਠੀਕ ਹੈ। ਗਲਤ ਸਪੈਲਿੰਗ ਕੀਤੇ ਹੋਏ ਸ਼ਬਦ ਹੁੰਦੇ ਨੇ ਉਹਨਾਂ ਨੂੰ ਸਹੀ ਕਰਕੇ ਲਿਖਣਾ ਹੁੰਦਾ, ਮਤਲਬ ਸ਼ਬਦ ਸ਼ੁੱਧੀ। ਵਾਕ ਸ਼ੁੱਧੀ, ਵਾਕ ਦੇ ਵਿੱਚ ਜਿਹੜੀਆਂ ਮਿਸਟੇਕਸ ਨੇ ਉਹ ਰਾਈਟ ਕਰਕੇ ਲਿਖਣੀਆਂ ਹੁੰਦੀਆਂ ਨੇ ਜਾਂ ਕੱਢਣੀਆਂ ਹੁੰਦੀਆਂ ਨੇ। ਤਾਂ ਇੱਦਾਂ ਦੇ ਕੁਐਸਚਨਸ ਵੀ ਆਮ ਆਪਾਂ ਨੂੰ ਸੀਟੈਟ ਦੇ ਐਗਜ਼ਾਮ ਦੇ ਵਿੱਚ ਲੈਂਗੁਏਜ ਦੇ ਵਿੱਚ ਦੇਖਣ ਨੂੰ ਮਿਲ ਜਾਂਦੇ ਨੇ। ਤਾਂ ਇਹ ਸਾਰੇ ਤਾਂ ਜਿਹੜੇ ਟੌਪਿਕਸ ਨੇ, ਜੇਕਰ ਤੁਸੀਂ ਛੋਟੀ ਕਲਾਸਿਸ ਦੇ ਵਿੱਚ ਕੋਈ ਵੀ ਇੱਕ ਰੈਂਡਮ ਬੁੱਕ ਚੱਕ ਲਓ ਜਿਹਦੇ ਵਿੱਚ ਮੁਹਾਵਰੇ ਹੋਣਗੇ, ਥੋੜ੍ਹੀ ਜਿਹੀ ਪ੍ਰੈਕਟਿਸ ਹੋ ਜਾਂਦੀ ਹੈ, ਹੈ ਨਾ। ਅਗਰ ਅਖਾਣ ਇੱਦਾਂ ਦੀ ਕੋਈ ਬੁੱਕ ਚੱਕ ਲਈ ਜਿਹਦੇ ਵਿੱਚ ਅਖਾਣ ਦਿੱਤੇ ਹੋਣੇ, ਜਿਵੇਂ ਜਨਰਲੀ 10th ਕਲਾਸ ਦੇ ਗ੍ਰਾਮਰ ਦੇ ਵਿੱਚ ਮਿਲ ਜਾਣਗੇ, ਤੁਹਾਨੂੰ ਇਹ ਸਾਰੀਆਂ ਚੀਜ਼ਾਂ ਈਜ਼ੀਲੀ ਅਵੇਲੇਬਲ ਹੋਣਗੀਆਂ, ਠੀਕ ਹੈ ਜੀ। ਆਪਾਂ ਇੱਕ ਵਾਰੀ ਕੋਸ਼ਿਸ਼ ਕਰਾਂਗੇ, ਮੈਂ 100% ਛੋਟੀ ਨਹੀਂ ਦਿੰਦੀ, ਬਟ ਮੈਂ ਪੂਰੀ ਕੋਸ਼ਿਸ਼ ਕਰੂੰਗੀ ਕਿ ਪੰਜਾਬੀ ਪੈਡਾਗੋਗੀ ਇੱਕ ਵਾਰੀ ਦੁਬਾਰਾ ਤੁਹਾਡੇ ਨਾਲ ਮੈਂ ਸ਼ੁਰੂ ਕਰ ਸਕਾਂ। ਅਗਰ ਹੋ ਸਕਿਆ ਤਾਂ ਜ਼ਰੂਰ, ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਾਫੀ ਦਿੱਕਤ ਆ ਰਹੀ ਹੈ, ਤਾਂ ਥੋੜ੍ਹਾ ਜਿਹਾ ਇਹਦੇ ਉੱਪਰ ਕੰਮ ਕਰਨਾ ਪਊਗਾ, ਫਿਰ ਆਪਾਂ ਕਲਾਸਿਸ ਵੀ ਸਟਾਰਟ ਕਰ ਸਕਾਂਗੇ ਐਂਡ ਈਜ਼ੀਲੀ ਤੁਹਾਡੇ ਲਈ ਦੁਬਾਰਾ ਤੋਂ ਸਿਲੇਬਸ ਜੋ ਹੈ ਮੈਂ ਕੋਸ਼ਿਸ਼ ਕਰੂੰਗੀ ਕਵਰ ਕਰਨ ਦੀ, ਬਟ ਨੋਟ 100% ਸ਼ੋਰ। ਬਟ ਥੋੜ੍ਹੀ ਜਿਹੀ ਇੱਕ ਐਡਵਾਈਸ ਦਊਂਗੀ, ਆਪਾਂ ਇੱਕ ਟੈਲੀਗ੍ਰਾਮ ਗਰੁੱਪ ਬਣਾ ਲੈਂਦੇ ਹਾਂ ਸਪੈਸ਼ਲੀ ਫॉर ਸੀਟੈਟ ਪੰਜਾਬੀ। ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਸਦਾ ਲਿੰਕ ਐਡ ਕਰ ਦੂੰਗੀ, ਉਸਨੂੰ ਜੁਆਇਨ ਕਰ ਲਿਓ, ਠੀਕ ਹੈ। ਉਸ ਦੇ ਨਾਲ ਤੁਹਾਨੂੰ ਜੋ ਪੈਸਿਸ ਹੋਏਗਾ ਜਾਂ ਜੋ ਪੋਇਮ ਦੇ ਲਈ ਪੈਰਾਗ੍ਰਾਫ ਹੋਏਗਾ ਉਹਦੇ ਮੈਂ ਤੁਹਾਨੂੰ ਕੁਛ ਪਿਕਸ ਵਗੈਰਾ ਭੇਜ ਦਿਆ ਕਰਾਂਗੀ, ਜਿਹਦੇ ਨਾਲ ਤੁਹਾਡੀ ਪ੍ਰੈਕਟਿਸ ਹੋ ਜਾਇਆ ਕਰੇਗੀ, ਠੀਕ ਹੈ ਜੀ।
ਚਲੋ, ਤਾਂ ਅਗਰ ਤੁਹਾਨੂੰ ਕਲਾਸ ਪਸੰਦ ਆਈ ਹੈ, ਥੋੜ੍ਹੀ ਜਿਹੀ ਇਨਫੋਰਮੇਸ਼ਨ ਪਸੰਦ ਆਈ ਹੈ ਤਾਂ ਜ਼ਰੂਰ ਸਬਸਕ੍ਰਾਈਬ ਕਰ ਦਿਓ, ਰਾਈਟ ਔਨ ਚੈਨਲ ਨੂੰ, ਠੀਕ ਹੈ, ਭੁੱਲਿਓ ਨਾ। ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ। ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਿ ਮੈਮ ਸਾਨੂੰ ਇਹ ਚਾਹੀਦਾ ਹੈ, ਜਾਂ ਇਸ ਚੀਜ਼ ਦੇ ਉੱਪਰ ਕੰਮ ਕਰੋ, ਜਾਂ ਕੁਛ ਵੀ ਤੁਸੀਂ ਆਪਣੀ ਐਡਵਾਈਸ ਦੇ ਸਕਦੇ ਹੋ, ਵੀਕ ਪੁਆਇੰਟ ਦੱਸ ਸਕਦੇ ਹੋ, ਆਪਣੇ ਵਿਊਜ਼ ਤੁਸੀਂ ਮੈਨੂੰ ਦੱਸ ਸਕਦੇ ਹੋ, ਠੀਕ ਹੈ ਜੀ। ਐਂਡ ਥੈਂਕ ਯੂ ਸੋ ਮਚ ਫੋਰ your time, and take care.